Good morning, students. Good morning, sir. Good morning, sir. Good morning, sir. I hope all you are fine at your home. ਅੱਜ ਅਸੀਂ ਜੋ ਸਾਡਾ 4th ਚੈਪਟਰ ਚੱਲ ਰਿਹਾ ਉਹਨੂੰ ਅੱਜ ਅਸੀਂ ਕੰਪਲੀਟ ਕਰ ਦਾਂਗੇ। ਛੋਟੇ ਛੋਟੇ ਜਿਹੇ ਟੌਪਿਕ ਰਹਿ ਗਏ ਆਪਣੇ ਉਹਦੇ ਵਿੱਚ। ਦੋ ਸਟੂਡੈਂਟ ਐਡ ਹੋ ਰਹੇ ਨੇ ਜੀ, ਫਿਰ ਸਟਾਰਟ ਕਰਦੇ ਆ। ਹਾਂਜੀ, ਤਾਂ ਅੱਜ ਦਾ ਜਿਹੜਾ ਬੱਚੇ ਆਪਣਾ ਟੌਪਿਕ ਹੈ ਦੈਟ ਇਜ਼ ਕੁਆਲਿਟੀ ਫੈਕਟਰ। ਕੁਆਲਿਟੀ ਫੈਕਟਰ ਕੁਆਲਿਟੀ ਫੈਕਟਰ ਨੂੰ ਅਸੀਂ ਕਿਉਂ ਨਾਲ ਲਿਖਦੇ ਹਾਂ ਜੀ? ਕੁਆਲਿਟੀ ਫੈਕਟਰ ਕੀ ਹੁੰਦਾ ਹੈ, ਕਿਵੇਂ ਇਹ ਯੂਜ਼ ਦੇ ਵਿੱਚ ਆਉਂਦਾ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਕੁਆਲਿਟੀ ਫੈਕਟਰ ਨੂੰ ਦਾ ਨਾਮ ਸੁਣ ਕੇ ਨਾ ਥੋੜਾ ਜਿਹਾ ਮਤਲਬ ਇਹਦੇ ਬਾਰੇ ਆਈਡੀਆ ਲੱਗ ਜਾਂਦਾ ਹੈ। ਕੁਆਲਿਟੀ ਹਨਾ, ਮਤਲਬ ਕੁਆਲਿਟੀ ਦੀ ਗੱਲ ਆਪਾਂ ਕਦੋਂ ਕਰਦੇ ਵੀ ਕੋਈ ਚੀਜ਼ ਕਿੰਨੀ ਵਧੀਆ ਹੈ। ਮਤਲਬ ਕੁਆਲਿਟੀ ਫੈਕਟਰ ਦਾ ਮਤਲਬ ਕੀ ਹੈ? ਇੱਕ ਅਜਿਹੀ ਫਿਜ਼ੀਕਲ ਕੁਆਂਟੀਟੀ ਜਿਹੜੀ ਸਾਨੂੰ ਇਹ ਦੱਸੇ ਕਿ ਜੋ ਸਾਨੂੰ ਸਾਊਂਡ ਮਿਲੂਗਾ ਸਿਗਨਲ ਤੋਂ ਉਹਦੀ ਕੁਆਲਿਟੀ ਕਿੰਨੀ ਅੱਛੀ ਹੋਊਗੀ। ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਹਰ ਇੱਕ ਚੈਨਲ ਦੀ ਅਲੱਗ-ਅਲੱਗ ਫ੍ਰੀਕੁਐਂਸੀ ਹੁੰਦੀ ਹੈ। ਮੰਨ ਲਓ ਕਿਸੇ ਦੀ ਫ੍ਰੀਕੁਐਂਸੀ 20 ਹਰਟਸ ਹੈ, ਕਿਸੇ ਦੀ 30 ਹਰਟਸ ਹੈ, ਠੀਕ ਹੈ, ਤੇ ਕਿਸੇ ਦੀ ਮੰਨ ਲਓ ਕਿ 40 ਹਰਟਸ ਹੈ। ਤਾਂ ਇੱਕ ਪਾਰਟਿਕੂਲਰ ਫ੍ਰੀਕੁਐਂਸੀ ਮੰਨ ਲਓ ਤੁਸੀਂ 30 ਹਰਟਸ ਵਾਲਾ ਚੈਨਲ ਚਲਾਉਣਾ ਹੈ ਹਨਾ, ਤੁਹਾਨੂੰ 30 ਹਰਟਸ ਦੇ ਨੀਅਰ ਅਬਾਊਟ ਬਹੁਤ ਸਾਰੀਆਂ ਫ੍ਰੀਕੁਐਂਸੀਜ਼ ਹੋਣਗੀਆਂ, ਜਿਵੇਂ 29.9 ਹੋ ਸਕਦੀ ਹੈ, ਠੀਕ ਹੈ, 29.8 ਹੋ ਸਕਦੀ ਹੈ, 29.7 ਹੋ ਸਕਦੀ ਹੈ ਹਨਾ। ਤਾਂ ਇਹਨਾਂ ਫ੍ਰੀਕੁਐਂਸੀਜ਼ ਤੇ ਕੀ ਚੈਨਲ ਦੀ ਜਿਹੜੀ ਸਾਊਂਡ ਹੈ ਉਹ ਪ੍ਰੋਪਰ ਸੁਣਾਈ ਦੇਊਗੀ ਜਾਂ 30 ਦੇ ਪ੍ਰੋਪਰ ਸੁਣਾਈ ਦੇਊਗੀ ਸਾਨੂੰ, ਠੀਕ ਹੈ। ਤਾਂ ਉਹ ਅਸੀਂ ਰੈਜ਼ੋਨੈਂਸ ਪੜਿਆ ਸੀਗਾ ਕਿ ਜਦੋਂ ਕੀ ਹੈ ਚੈਨਲ ਦੀ ਫ੍ਰੀਕੁਐਂਸੀ ਦੇ ਨਾਲ ਜਿਹੜੀ ਕੀ ਹੈ ਸਾਡੇ ਰਿਸੀਵਰ ਦੀ ਫ੍ਰੀਕੁਐਂਸੀ ਉਹ ਮੈਚ ਕਰ ਜਾਂਦੀ ਹੈ, ਤਾਂ ਉਸ ਟਾਈਮ ਤੇ ਕਰੰਟ ਕੀ ਹੁੰਦਾ ਹੈ, ਮੈਕਸਿਮਮ ਹੁੰਦਾ ਹੈ, ਤੇ ਰੈਜ਼ਿਸਟੈਂਸ ਹੈ ਜੋ ਉਹ ਕੀ ਹੁੰਦਾ ਹੈ, ਮਿਨੀਮਮ ਹੁੰਦਾ ਹੈ। ਰੈਜ਼ਿਸਟੈਂਸ ਕੀ ਹੁੰਦਾ ਹੈ, ਮਿਨੀਮਮ ਹੁੰਦਾ ਹੈ। ਤੇ ਉਸ ਟਾਈਮ ਤੇ ਜਿਹੜਾ ਉਹ ਚੈਨਲ ਹੈ ਬਿਲਕੁਲ ਸਾਨੂੰ ਕਲੀਅਰ ਸੁਣਾਈ ਦਿੰਦਾ ਹੈ, ਦਿਖਾਈ ਵੀ ਦਿੰਦਾ ਜਾਂ ਸੁਣਾਈ ਦਿੰਦਾ ਹੈ ਹਨਾ। ਤਾਂ ਜਿਹੜੀ 29.7 ਹੈ, 8 ਹੈ, 9 ਹੈ, ਇਹ ਤੇ ਸਾਨੂੰ ਕੀ ਸੁਣਾਈ ਦਿੰਦੀ ਹੈ? ਨੋਇਜ਼। ਜਿਹੜੀ ਸਾਨੂੰ ਕੀ ਦਿੰਦੀ ਹੈ? ਸੁਣਾਈ ਦਿੰਦੀ ਹੈ ਨੋਇਜ਼। ਤਾਂ ਕੁਆਲਿਟੀ ਫੈਕਟਰ ਕਿਵੇਂ ਹੈਲਪ ਕਰਦਾ ਹੈ? ਦੇਖੋ ਪਹਿਲਾਂ ਆਪਾਂ ਇਹਦੀ ਡੈਫੀਨੇਸ਼ਨ ਨੂੰ ਸਮਝ ਲੈਂਦੇ ਹਾਂ। ਕੁਆਲਿਟੀ ਫੈਕਟਰ ਕੀ ਹੈ? ਇਟ ਇਜ਼ ਅ ਫਿਜ਼ੀਕਲ ਕੁਆਂਟੀਟੀ ਜਿਹਨੂੰ ਅਸੀਂ ਮੈਜ਼ਰ ਕਰ ਸਕਦੇ ਹਾਂ। ਇਟ ਇਜ਼ ਅ ਫਿਜ਼ੀਕਲ ਕੁਆਂਟੀਟੀ which tells the sound quality of signal। ਇੱਕ ਉਹ ਫਿਜ਼ੀਕਲ ਕੁਆਂਟੀਟੀ ਹੈ ਜਿਹੜੀ ਸਾਨੂੰ ਕੀ ਸਾਊਂਡ ਕੁਆਲਿਟੀ ਬਾਰੇ ਦੱਸਦੀ ਹੈ। ਮੈਥਮੈਟਿਕਲੀ ਇਹਨੂੰ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ? ਮੈਥਮੈਟਿਕਲੀ it is defined as the ratio of voltage across inductor मतलब VL और voltage across capacitor मतलब VC to the voltage across resistance मतलब ਕੁਆਲਿਟੀ ਫੈਕਟਰ ਨੂੰ ਜਦ ਅਸੀਂ ਲਿਖ ਸਕਦੇ ਹਾਂ ਵੀ ਕਿੰਨੀ ਵੋਲਟੇਜ ਦਾ ਡ੍ਰੌਪ ਹੋਇਆ ਇੰਡਕਟਰ ਦੇ ਅਕ੍ਰੋਸ ਅਪੋਨ ਵੋਲਟੇਜ ਅਕ੍ਰੋਸ ਰੈਜ਼ਿਸਟੈਂਸ। ਚਾਹੇ ਤਾਂ ਇਦਾਂ ਲਿਖ ਲਓ ਇਹਨੂੰ, ਚਾਹੇ ਤੁਸੀਂ ਲਿਖ ਲਓ ਕੁਆਲਿਟੀ ਫੈਕਟਰ ਇਜ਼ ਇਕੁਅਲ ਟੂ ਵੋਲਟੇਜ ਅਕ੍ਰੋਸ ਕੈਪੈਸਿਟਰ ਅਪੋਨ ਵੋਲਟੇਜ ਅਕ੍ਰੋਸ ਇੰਡਕਟਰ।
दोनों डेफिनेशंस के अकॉर्डिंग आंसर सेम ही आएगा, कोई फर्क नहीं पड़ेगा। ठीक है जी, चलो आप डेरिवेशन इसकी बाद चो समझांगे, पहला ਇਹਦਾ ग्राफ समझते हैं ਜਿਹੜਾ ਅਸੀਂ प्रैक्टिकली की ਇਹਦਾ ग्राफ ड्रॉ किया। कल मैं ਤੁਹਾਨੂੰ प्रैक्टिकल भी सेंड करना ਸੀ, मैं भुल गया, ਅੱਜ पक्का ਤੁਹਾਨੂੰ इस लेक्चर तो बाद मैं प्रैक्टिकल सेंड करूंगा। क्वालिटी फैक्टर का जो ਅਸੀਂ डिफरेंट फ्रीक्वेंसीज से ग्राफ बनाया किस तरह का सीगा। इस साइड से बच्चे करंट, इस साइड अपनी है फ्रीक्वेंसी। कई बार मैं तुहानू दस्सिया इस साइड फ्रीक्वेंसी ना होके एंगुलर फ्रीक्वेंसी होंगी है ना, तो बस ध्यान रखियो ओमेगा इज इक्वल टू 2 पाई न्यू होंदा, बस इन्ने काम करना। क्वालिटी फैक्टर के विच भी ग्राफ बने बनाए सानू आ जांदे ने, तो जो असीं इहदा प्रैक्टिकल परफॉर्म किया ना क्वालिटी फैक्टर का फॉर डिफरेंट फ्रीक्वेंसीज, तो सानू बच्चे कुछ इदां दी कर्व मिली। ते कर्व नूं असीं पहलां भी स्टडी कर चुके हैं, लाइक एक पर्टिकुलर फ्रीक्वेंसी जिन्हों असीं की बोलिया सीगा रेजोनेंस फ्रीक्वेंसी। इस रेजोनेंस फ्रीक्वेंसी के बच्चे जो करंट की वैल्यू है वो मैक्सिमम है। करंट की वैल्यू की है मैक्सिमम, ते जिन्ना ज्यादा करंट होगा ਇਹਦਾ मतलब सिग्नल की उन्नी ज्यादा पावर होगी। क्यों? क्योंकि पावर की पढ़ते सी, पावर इज इक्वल टू आई स्क्वायर आर। देखो आर असीं एक पर्टिकुलर रख लिया, जिन्ना करंट ज्यादा, जे मतलब मैं ये कहा भी करंट मैक्सिमम ओदा स्केयर इनटू आ रहा है, तो मतलब पावर भी की होगी मैक्सिमम होगी ना। पावर का मतलब की होंदा एनर्जी पर यूनिट टाइम। ਇਹਦਾ मतलब ਤੁਹਾਡੇ ਕੋਲ मैक्सिमम पावर पहुंच रही है। मैक्सिमम पावर पहुंचने का मतलब घट तो घट टाइम ਦੇ ਵਿੱਚ ਵੱਧ ਤੋਂ ਵੱਧ એનર્ਜੀ ਪਹੁੰਚਦੀ ਹੈ। ਇਹਦਾ मतलब बच्चे ਜਿਹੜਾ ਉਹ सिग्नल होगा ना, ਉਹਦੀ ਜਿਹੜਾ सिग्नल ਦੀ ਜਿਹੜੀ ਕੁਆਲਿਟੀ ਹੋਊਗੀ ਉਹ ਬੈਸਟ ਕੁਆਲਿਟੀ ਦਾ सिग्नल ਹੋਊ। इस तो इलावा जो डिफरेंट फ्रीक्वेंसीज ने, अलग फ्रीक्वेंसी देखो, अगर फॉर एग्जांपल मैं इस पॉइंट की गल करा, इस पॉइंट पे भी देखो कोई ना कोई फ्रीक्वेंसी तो होएगी ना, मान लो फ्रीक्वेंसी न्यू वन कह लो ये, ठीक है। अच्छा ये कॉरस्पॉन्डिंग कुछ ना कुछ करंट भी होएगा, ठीक है। सिमिलरली आप इस साइड भी दिखा सकते हैं, इस साइड तुम दिखा सकते हो, तो इस फ्रीक्वेंसी ते मान लो न्यू टू ते ए वाला करंट है, ठीक है। मान लो ये करंट में कोई आई वन लिख देना, ਹੁਣ ਜਿਹੜਾ I1 करंट है इसकी वैल्यू बहुत घट है I मैक्सिमम, ਤਾਂ ਇਹਨਾਂ ਦੇ ਜਿਹੜੀ ਆਪਣੀਆਂ ਫ੍ਰੀਕੁਐਂਸੀਜ਼ ਹੋਣਗੀਆਂ ਇਹਦੇ ਨਾਲ ਵਾਲੀਆਂ ਫ੍ਰੀਕੁਐਂਸੀਜ਼, ਇਹਨਾਂ ਤੇ ਵੀ ਤੁਹਾਨੂੰ ਸਾਊਂਡ ਸੁਣਾਈ ਦੇਊਗਾ, ਬਟ ਬੈਟਰ ਸਾਊਂਡ ਨਹੀਂ ਹੋਊਗਾ, ਉਹ ਨੋਇਜ਼ ਵਾਲਾ ਸਾਊਂਡ ਹੋਊਗਾ, ਜਿਹੜੀ ਤੁਹਾਨੂੰ ਮੈਂ ਕੜਕੜ ਦੀ ਆਵਾਜ਼ ਦੱਸਦਾ ਸੀਗਾ। ਇੱਕ ਪਾਰਟਿਕੂਲਰ ਫ੍ਰੀਕੁਐਂਸੀ ਇਹੋ ਜਿਹੀ ਹੋਊਗੀ, ਜਿਵੇਂ ਹੁਣ ਐਗਜ਼ਾਮਪਲ ਦੇ ਰਿਹਾ, ਮਤਲਬ 20 ਹਰਟਜ਼ ਤੇ ਮੰਨ ਲਓ ਕੋਈ ਤੁਹਾਡਾ ਚੈਨਲ ਚੱਲਦਾ ਰੇਡੀਓ ਮਿਰਚੀ, ਤਾਂ 20 ਹਰਟਜ਼ ਦੇ ਵਿੱਚ ਜੇ ਥੋੜਾ ਜਿਹਾ ਪਲੱਸ ਕਰੋਗੇ 20.1 ਜਾਂ 20.2, ਇਹ ਤੇ ਉਹ ਚੈਨਲ ਚੱਲੇਗਾ, ਬਟ ਉਹਦੇ ਵਿੱਚ ਨੋਇਜ਼ ਕ੍ਰੀਏਟ ਹੋਣੀ ਸ਼ੁਰੂ ਹੋ ਜਾਊਗੀ, ठीक है। जो 20 हर्ट्ज तो थोड़ा नीचे चलोगे 19.9 ਤੇ 19.8 ਤੇ ਇੱਥੇ ਵੀ ਤੁਹਾਡੇ ਕੋਲ ਚੈਨਲ ਚੱਲੇਗਾ, ਬਟ ਉਹਦੇ ਵਿੱਚ ਕੀ ਹੈ ਐਕਸਟਰਾ ਸਾਊਂਡ, ਜਿਹਨੂੰ ਅਸੀਂ ਕੀ ਬੋਲਦੇ ਹਾਂ ਨੋਇਜ਼ ਕ੍ਰੀਏਟ ਹੋਣੀ ਸ਼ੁਰੂ ਹੋ ਜਾਊਗੀ। ਬਟ 20 ਹਰਟਜ਼ ਦੀ ਫ੍ਰੀਕੁਐਂਸੀ ਇੱਕ ਅਜਿਹੀ ਫ੍ਰੀਕੁਐਂਸੀ ਹੋਗੀ ਜਿੱਥੇ ਤੁਹਾਨੂੰ ਉਹ ਚੈਨਲ ਵਿਦਆਊਟ ਐਨੀ ਨੋਇਜ਼ ਸੁਣਾਈ ਦੇਗਾ, ਉਹਦੀ ਸਾਊਂਡ ਕੁਆਲਿਟੀ ਹੈ ਜਿਹੜੀ ਬਿਲਕੁਲ ਬੈਸਟ ਹੋਏਗੀ। ਤਾਂ ਉਹ ਫ੍ਰੀਕੁਐਂਸੀ ਕਿਹੜੀ ਹੈ? ਦੈਟ ਫ੍ਰੀਕੁਐਂਸੀ ਇਜ਼ ਰੈਜ਼ੋਨੈਂਸ ਫ੍ਰੀਕੁਐਂਸੀ, ਤੇ ਉਸ ਦੇ ਕੋਰਸਪੋਂਡਿੰਗ ਕਰੰਟ ਕਿਹੜਾ ਹੈ? That is maximum current। ਤਾਂ ਜਿਹੜੀ ਇਹ ਕਰਵ ਹੈ, ਇਸ ਕਰਵ ਤੋਂ ਅਸੀਂ ਦੇਖੋ ਇੱਕ ਤੁਹਾਨੂੰ ਮੈਂ ਕਰਵ ਹੋਰ ਬਣਾ ਕੇ ਦਿਖਾਉਣਾ ਹੈ, ਮੈਂ ਅਲੱਗ ਤੋਂ ਇੱਕ ਡਾਇਗਰਾਮ ਬਣਾਉਣਾ। ਬੇਸਿਕਲੀ ਇਹਨੂੰ ਅਸੀਂ ਗ੍ਰਾਫ ਤੋਂ ਹੀ ਸਮਝ ਸਕਦੇ ਹਾਂਗੇ, ਤੇ ਪੇਪਰ ਦੇ ਵਿੱਚ ਵੀ ਇਹਦਾ ਗ੍ਰਾਫ ਬਣਿਆ ਬਣਾਇਆ ਆਊਗਾ। ਤੁਹਾਨੂੰ ਕੰਡੀਸ਼ਨ ਦੇਣਗੇ ਵੀ ਕੋਈ ਸਟੂਡੈਂਟ ਹੈ, ਠੀਕ ਹੈ, ਉਹਦੇ ਕੋਲੇ ਇੰਡਕਟਰ ਹੈ, ਉਹ ਕਪੈਸਿਟਰ ਹੈ, ਰੈਜ਼ਿਸਟੈਂਸ ਹੈ, ठीक है जी, ਤੇ ਉਹ ਕੀ ਕੋਈ ਐਕਸਪੈਰੀਮੈਂਟ ਕਰ ਰਿਹਾ ਹੈ, डिफरेंट एक्सपेरिमेंट्स, मतलब बार बार उन्हें एक्सपेरिमेंट किया,
ਤਾਂ ਕਿਸ ਐਕਸਪੈਰੀਮੈਂਟ ਦੀ ਜਿਹੜੀ ਸਾਊਂਡ ਦੀ ਕੁਆਲਿਟੀ ਉਹ ਜ਼ਿਆਦਾ ਵਧੀਆ ਹੋਗੀ। ਤੁਹਾਡਾ ਕਨਸੈਪਚੁਅਲ ਕੁਐਸਚਨ ਵੀ ਹੈ ਬੁੱਕ ਦੇ ਵਿੱਚ, ਉਹਦੇ ਵਿੱਚ ਤੁਹਾਨੂੰ ਇਹੋ ਜਿਹੇ ਡਾਇਗਰਾਮਸ ਮਿਲਣਗੇ, ਮੈਂ ਬਣਾ ਕੇ ਦਿਖਾਉਣਾ। ਆ ਦੇਖੋ, ਮੰਨ ਲਓ ਕੋਈ ਸਟੂਡੈਂਟ ਹੈ ਜਾਂ ਐਕਸ ਸਟੂਡੈਂਟ ਹੈ, ਉਹਨੇ ਪ੍ਰੈਕਟੀਕਲੀ ਪਰਫਾਰਮ ਕੀਤਾ, ਠੀਕ ਹੈ, ਤਾਂ RLC ਸਰਕਟ ਦੇ ਵਿੱਚ ਉਹਦੇ ਕੋਲ ਇਹੋ ਜਿਹਾ ਗ੍ਰਾਫ ਮਿਲਿਆ। ਇੱਕ ਸਟੂਡੈਂਟ ਹੈ ਜਿਹਨੂੰ ਜੋ ਗ੍ਰਾਫ ਇਹ ਮਿਲਿਆ कुछ ऐसा ना मिले, ठीक है। अच्छा, एक स्टूडेंट है जिन्होंने ग्राफ है वो कुछ ऐसा ना मिले। आ स्टूडेंट एक्स, ए स्टूडेंट कोई वाई, आ कोई स्टूडेंट वाई ने परफॉर्म किया है, ए किसी स्टूडेंट जेड ने परफॉर्म किया है। तो देखो एक पर्टिकुलर फ्रीक्वेंसी कॉल्ड रेजोनेंस फ्रीक्वेंसी, सब तो मैक्सिमम करंट किथे है, ये जेड़ा एक्स स्टूडेंट ने काम किया ਇਹਦੇ ਲਈ ਕਰੰਟ ਕੀ ਹੈ, ਮੈਕਸਿਮਮ ਹੈ। ਤਾਂ ਜਿਹਦੇ ਲਈ ਬੱਚੇ ਕਰੰਟ ਮੈਕਸਿਮਮ ਹੋਊਗਾ ਉਹਦੇ ਲਈ ਉਹ ਉਸੇ ਹੀ ਐਕਸਪੈਰੀਮੈਂਟ ਦੇ ਲਈ ਜਾਂ ਉਸ ਸਟੂਡੈਂਟ ਦੇ ਲਈ ਜਿਹੜਾ ਉਹ ਕੀ ਹੈ, ਜਿਹੜਾ ਉਹਨੇ ਗ੍ਰਾਫ ਪਲਾਟ ਕੀਤਾ ਹੈ ਜਿਹਦਾ ਕਰੰਟ ਮੈਕਸਿਮਮ ਆਇਆ, ਦੈਟ ਮੀਨਸ ਉਹਦੀ ਜਿਹੜੀ ਕੁਆਲਿਟੀ ਹੈ ਸਾਊਂਡ ਦੀ ਕੁਆਲਿਟੀ ਉਹ ਕੀ ਹੋਊਗੀ, ਬੈਸਟ ਹੋਊਗੀ। ਉਹ ਸਾਊਂਡ ਦੀ ਕੁਆਲਿਟੀ ਕੀ ਹੋਊਗੀ, ਬੈਸਟ ਹੋਊਗੀ। ਤਾਂ ਇਹਨੂੰ ਤੁਸੀਂ ਕਿਵੇਂ ਸਮਝੋਗੇ, ਦੇਖੋ ਇਹ ਗ੍ਰਾਫ ਜਦੋਂ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਜਾਏ ਤਾਂ ਅਸੀਂ ਕੀ ਦੇਖਣੀ ਹੈ, ਸ਼ਾਰਪਨੈਸ ਆਫ ਕਰਵ ਦੇਖਣੀ ਹੈ। शार्पनेस ऑफ कर्व, जिन्नी बच्चे कर्व ज्यादा शार्प होएगी, मतलब जिवें जिवें शार्पनेस इंक्रीज हो जाएगी। आ देखो इत्थे देख के देखो, इत्थे शार्प नहीं हैगी कर्व, इत्थे थोड़ी जी कर्व शार्प है। इस तो ज्यादा फिर इस पॉइंट जिहड़ी रेड वाली दिख रही है तुहानूं वो बिल्कुल शार्प है। जिन्नी शार्पनेस ज्यादा होगी कर्व दी, उन्ना जिहड़ा बच्चे करंट है वो ज्यादा होगा, ਤੇ ਜਿੰਨਾ ਕਰੰਟ ਜ਼ਿਆਦਾ ਹੋਊਗਾ ਇਹਦਾ ਮਤਲਬ ਬੱਚੇ ਉਨਾ ਜ਼ਿਆਦਾ ਰੈਜ਼ਿਸਟੈਂਸ ਘੱਟ ਹੋਊਗਾ, ਉਨਾ ਰੈਜ਼ਿਸਟੈਂਸ ਘੱਟ ਹੋਊਗਾ। ਇਹਦਾ ਮਤਲਬ ਜਿੰਨਾ ਰੈਜ਼ਿਸਟੈਂਸ ਘੱਟ ਹੋਊਗਾ ਉਨੀ ਕੁਆਲਿਟੀ ਆਫ ਸਾਊਂਡ ਬੈਸਟ ਹੋਊਗੀ। ਬਸ ਇੰਨੀ ਇਨਫੋਰਮੇਸ਼ਨ ਸਾਨੂੰ ਇਸ ਗ੍ਰਾਫ ਤੋਂ ਡਾਇਰੈਕਟਲੀ ਮਿਲ ਜਾਂਦੀ ਹੈ। ਆ ਦੇਖੋ, ਇੱਕ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਰਕੇ ਦਿਖਾਉਣਾ ਹੈ। ਜੇ ਮੰਨ ਲਓ ਆਪਾਂ ਇਹ ਕਹੀਏ ਕਿ ਮੰਨ ਲਓ ਜਿਵੇਂ ਇਸ ਫ੍ਰੀਕੁਐਂਸੀ ਦੇ ਲਈ ਹਨਾ ਕਰੰਟ ਮੈਕਸਿਮਮ ਵੈਲਿਊ ਹੈ ਹਨਾ, करंट की मान लो मैक्सिमम वैल्यू सपोज करो 10 एम्पीयर है, आप एग्जांपल के तौर पे मान लो मैं बिल्कुल ਇਹਦੇ ਕੀ ਹੈ ਬਿਲकुल ਨਾਲ ਵਾਲੇ और थोड़ी जी फ्रीक्वेंसी ਦੇ डिस्टेंस ਤੇ मान लो आ देखो आ फ्रीक्वेंसी है रेडी, आ फ्रीक्वेंसी ठीक है। इस फ्रीक्वेंसी ਤੇ ਜਿਹੜਾ ਕਰੰਟ ਦੀ ਵੈਲਿਊ ਦੇ ਵਿੱਚ ਦੇਖੋ ਇੰਨਾ ਡਿਫਰੈਂਸ ਪੈ ਰਿਹਾ, ਮਤਲਬ फ्रीक्वेंसी न्यू 1, ਇੱਥੇ ਜਿਹੜਾ ਕਰੰਟ ਆ ਰਿਹਾ ਸਪੋਜ਼ ਉਹ ਕਰੰਟ ਆ ਗਿਆ ਮੰਨ ਲਓ I1 ਕਰੰਟ ਆ ਗਿਆ ਤੇ ਲਗਭਗ ਮੰਨ ਲਓ ਇਹਦੀ ਵੈਲਿਊ ਕੀ ਹੈ 9 ਐਂਪੀਅਰ, ਤਾਂ ਬਹੁਤ ਸਮਾਲ ਗੈਪ ਹੋਊਗਾ। ਇਵਨ ਕਿ ਤੁਸੀਂ ਇਹਨੂੰ ਐ ਲਿਖ ਲਓ 9 ਐਂਪੀਅਰ ਦੀ ਬਜਾਏ ਵੀ ਮੰਨ ਲਓ ਮੈਂ ਲਿਖਦਾ 9.5 ਐਂਪੀਅਰ। ਤਾਂ ਦੇਖੋ 10 ਤੇ 9.5 ਐਂਪੀਅਰ ਦੇ ਵਿੱਚ ਕਿੰਨੇ ਐਂਪੀਅਰ ਦਾ ਫਰਕ ਹੈ, ਕਰੰਟ ਦਾ 0.5 ਐਂਪੀਅਰ ਦਾ, ਠੀਕ ਹੈ। ਅੱਛਾ ਹੁਣ ਇਸੇ ਇਹਨਾਂ ਦੋ ਫ੍ਰੀਕੁਐਂਸੀਜ਼ ਦੇ ਲਈ ਆਇਓ ਇੱਕ y ਵਾਲਾ ਪੁਆਇੰਟ, y ਜਿਹੜੀ y ਸਟੂਡੈਂਟ ਨੇ ਗ੍ਰਾਫ ਬਣਾਇਆ ਸੀ ਨਾ, ਉਹਨਾਂ ਦੋਨੋਂ ਪੁਆਇੰਟਸ ਨੂੰ ਦੇਖੋ, ਆ ਦੋ ਪੁਆਇੰਟਸ ਨੇ ਉਹ ਸੈਕਿੰਡ ਕਰਵ ਦੇ। अच्छा जी मैं अलग किसी मार्कर में तुहानू दिखावां, आ देखो ਇਹਦੇ ਕੋਰਸਪੋਂਡਿੰग ਕਰੰਟ ਇਹ ਹੋਏਗਾ, ਲਾਈਨ ਸਟ੍ਰੇਟ। अच्छा दूसरे ਲਈ ਕੀ ਹੈ, ਦੇਖੋ ਆ ਦੇਖੋ ਕਰੰਟ ਦਾ ਜਿਹੜਾ ਡਿਫਰੈਂਸ ਆ ਉਹ ਹੋਰ ਵੀ ਜ਼ਿਆਦਾ ਘਟ ਗਿਆ, ਕਰੰਟ ਦਾ ਗੈਪ ਹੋਰ ਵੀ ਜ਼ਿਆਦਾ ਘਟ ਗਿਆ। ਮੰਨ ਲਓ ਇਹ ਲਾ ਲਓ ਵੀ ਜੇ ਮੰਨ ਲਓ ਇਸ ਪੁਆਇੰਟ ਤੇ ਜਿਹੜੀ ਕਰੰਟ ਦੀ ਵੈਲਿਊ ਉਹ ਜੇ 6 ਐਂਪੀਅਰ ਸੀ ਤਾਂ ਇਸ ਪੁਆਇੰਟ ਤੇ ਉਹਦੀ ਵੈਲਿਊ ਸਪੋਜ਼ ਕਰੋ 5.8 ਐਂਪੀਅਰ ਹੈ। ਇਹਦਾ ਡਿਫਰੈਂਸ ਕਿੰਨੇ ਦਾ ਹੋ ਗਿਆ, ਡਿਫਰੈਂਸ ਹੋ ਗਿਆ 0.2 ਐਂਪੀਅਰ ਦਾ। ਤਾਂ ਤੁਸੀਂ ਇਹ ਮੰਨ ਕੇ ਚੱਲੋ ਦੇਖੋ 0.2 ਐਂਪੀਅਰ ਦਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਨਾ ਕਰੰਟ ਦਾ, ਤਾਂ ਤੁਸੀਂ ਕੀ ਕਰੋ ਇੱਥੇ ਕੀ ਹੋਊਗਾ ਕਿ ਜਿਹੜਾ ਮੰਨ ਲਓ ਰੈਜ਼ੋਨੈਂਸ ਫ੍ਰੀਕੁਐਂਸੀ ਤੇ ਤੁਹਾਡਾ ਚੈਨਲ ਚੱਲ ਰਿਹਾ ਸੀਗਾ ਉਹ ਥੋੜੀ ਜਿਹੀ ਘੱਟ ਫ੍ਰੀਕੁਐਂਸੀ ਦੇ ਵਿੱਚ ਚੈਨਲ ਚੱਲੂਗਾ, ਬਟ ਉਹਦੇ ਵਿੱਚ ਕੀ ਆਊਗੀ, ਨੋਇਜ਼ ਆਊਗੀ। ਮਤਲਬ ਯਾਨੀ ਕਿ ਇਹ ਜਦੋਂ ਚੈਨਲਸ ਦੀ ਫ੍ਰੀਕੁਐਂਸੀ ਬਹੁਤ ਨੇੜੇ ਹੁੰਦੀ ਹੈ ਨਾ ਤਾਂ ਚੈਨਲ ਮਿਕਸ ਹੋ ਜਾਂਦੇ ਨੇ। ਜਿਵੇਂ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਦੇਖਿਆ ਹੋਊਗਾ
ਮਤਲਬ ਤੁਸੀਂ ਤਾਂ ਨਹੀਂ ਦੇਖਿਆ ਹੋਊਗਾ, ਸੁਣਿਆ ਹੋਊਗਾ, ਜਾਂ ਮਤਲਬ ਤੁਸੀਂ ਕੀ ਮੂਵੀਜ਼ ਵਗੈਰਾ 'ਚ ਦੇਖਿਆ ਹੋਊਗਾ, ਜਦੋਂ ਪੁਰਾਣੇ ਰੇਡੀਓ ਨੂੰ ਕੀ ਟਿਊਨ ਕਰਦੇ ਆ ਨਾ, ਉਹ ਕੀ ਕਰਦੇ ਨੇ, ਕਈ ਵਾਰ ਕੇਸ ਇਹ ਹੁੰਦਾ ਵੀ ਖਬਰਾਂ ਦੇ ਵਿੱਚ ਹੀ ਗਾਣੇ ਚੱਲ ਰਹੇ ਹੁੰਦੇ ਨੇ, ਜਾਂ ਗਾਣਿਆਂ 'ਚ ਖਬਰਾਂ ਚੱਲ ਰਹੀਆਂ ਹੁੰਦੀਆਂ ਨੇ, ਮਤਲਬ 2-3 ਚੈਨਲ ਨਾ ਮਿਕਸ ਹੁੰਦੇ ਰਹਿੰਦੇ ਨੇ। ਤਾਂ ਉਹ ਪਹਿਲਾਂ ਵਾਲੇ ਜਿਹੜੇ ਰੇਡੀਓਜ਼ ਹੁੰਦੇ ਸੀ ਨਾ, ਉਹਨਾਂ ਦਾ ਜਿਹੜਾ ਗ੍ਰਾਫ ਹੈ ਕੁਆਲਿਟੀ ਫੈਕਟਰ ਦਾ, ਉਹ ਜਿਹੜਾ ਮੈਂ ਇਹ ਬਲੂ ਮਾਰਕਰ ਨਾਲ ਦਿਖਾਇਆ ਨਾ, ਉਹ ਇਸ ਤਰੀਕੇ ਦਾ ਬਣਦਾ ਸੀ। ਪਰ ਤੁਸੀਂ ਇਹ ਕਹਿ ਦੋ ਵੀ ਜਿਹੜੇ 1900 ਜਿਹੜੇ 90 ਵਗੈਰਾ ਦੇ ਵਿੱਚ ਜਿਹੜੇ ਰੇਡੀਓਜ਼ ਵਗੈਰਾ ਹੁੰਦੇ ਸੀ, ਉਹਨਾਂ ਦੇ ਵਿੱਚ ਬਹੁਤ ਘੱਟ ਕਰੰਟ ਦਾ ਡਿਫਰੈਂਸ ਹੁੰਦਾ ਸੀ, ਜਿਹਦੇ ਲਈ ਕੀ ਹੈ ਦੋਨੋਂ ਚੈਨਲ ਆਪਸ 'ਚ ਕੀ ਮਿਕਸ ਹੋ ਜਾਂਦੇ ਸੀ। ਬਟ ਅੱਜ ਦੇ ਟਾਈਮ 'ਚ ਆਪਾਂ ਜਿਹੜਾ ਕਹਿ ਸਕਦੇ ਹਾਂ 2019-20 ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਦੀਆਂ ਡਿਸ਼ ਟੀਵੀਜ਼ ਆ ਗਈਆਂ ਹਨਾ, ਡਿਜੀਟਲ ਜਿਹੜਾ ਜ਼ਮਾਨਾ ਆ ਗਿਆ, ਉਹਦੇ ਵਿੱਚ ਜਿਹੜਾ ਕਰੰਟ ਦਾ ਗੈਪ ਆ ਉਹ ਵਧਾਤਾ। ਹੁਣ ਦੇਖੋ 0.5, ਮੈਂ ਤਾਂ ਐਗਜ਼ਾਮਪਲ ਲੈ ਕੇ ਚੱਲ ਰਿਹਾ ਨਾ, ਜਦ ਕਿ ਇਹ ਡਿਫਰੈਂਸ ਹੋਰ ਵੀ ਜ਼ਿਆਦਾ ਹੋਊਗਾ। ਮਤਲਬ ਇੱਕ ਚੈਨਲ ਨੇ ਤਾਂ ਸਪੋਜ਼ ਕਰਕੇ ਮੰਨ ਲਓ ਜਿਵੇਂ ਸੋਨੀ ਚੈਨਲ ਹੈ, ਠੀਕ ਹੈ, ਇੱਕ ਮੰਨ ਲਓ ਕਲਰ ਹੈ। ਅੱਛਾ, ਸੋਨੀ ਚੈਨਲ ਨੂੰ ਤਾਂ ਮੰਨ ਲਓ ਕੀ ਹੈ, ਜਿਹੜੀ ਫ੍ਰੀਕੁਐਂਸੀ ਰੈਜ਼ੋਨੈਂਸ ਫ੍ਰੀਕੁਐਂਸੀ ਹੈ, ਠੀਕ ਹੈ, ਰੈਜ਼ੋਨੈਂਸ ਫ੍ਰੀਕੁਐਂਸੀ ਤੇ ਮੰਨ ਲਓ 10 ਐਂਪੀਅਰ ਦਾ ਕਰੰਟ ਚਾਹੀਦਾ ਹੈ, ਠੀਕ ਹੈ। ਤੇ ਜਿਹੜਾ ਕਲਰ ਚੈਨਲ ਹੈ, ਕਲਰ ਚੈਨਲ ਵਾਸਤੇ ਜਿਹੜੀ ਰੈਜ਼ੋਨੈਂਸ ਫ੍ਰੀਕੁਐਂਸੀ ਸਪੋਜ਼ ਨਿਊ 1 ਹੈ, ਇਹਦੇ ਵਾਸਤੇ ਮੰਨ ਲਓ ਕਰੰਟ ਚਾਹੀਦਾ 9.5 ਐਂਪੀਅਰ, ਤਾਂ ਦੋਨਾਂ 'ਚ 0.5 ਦਾ ਡਿਫਰੈਂਸ ਹੈਗਾ ਨਾ। ਮਤਲਬ ਇਹਨਾਂ ਚੈਨਲਸ ਦੀ ਆਪਸ ਦੇ ਵਿੱਚ ਮਿਕਸਿੰਗ ਹੋਣ ਦਾ ਜਿਹੜਾ ਚਾਂਸਸ ਨੇ ਉਹ ਘਟ ਗਏ। ਕਿਉਂ? ਕਿਉਂਕਿ ਇਹਨਾਂ ਦੇ ਕਰੰਟਸ ਦੇ ਵਿਚਕਾਰ ਡਿਫਰੈਂਸ ਹੈਗਾ। ਜਦ ਕਿ ਜਿਹੜੇ 1990 ਵਾਲੇ ਕੀ ਹੈ, ਜਾਂ ਇਸ ਤੋਂ ਪਹਿਲਾਂ ਵਾਲੇ ਜਿਹੜੇ ਰੇਡੀਓ ਸੀਗੇ, ਉਹਨਾਂ 'ਚ ਦੇਖੋ 0.2 ਐਂਪੀਅਰ ਦਾ ਕਰੰਟ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ ਡਿਫਰੈਂਸ, ਜਦ ਕਿ ਇੰਨਾ ਡਿਫਰੈਂਸ ਵੀ ਨਹੀਂ ਹੁੰਦਾ ਸੀਗਾ, ਜਿਹਦੇ ਨਾਲ ਚੈਨਲ ਕੀ ਹੈ ਇੱਕ ਦੂਸਰੇ ਦੇ ਵਿੱਚ ਕੀ ਮਿਕਸ ਹੋ ਜਾਂਦੇ ਸੀ, ਤੇ ਸਾਨੂੰ ਕੀ ਹੈ ਜਿਹੜਾ ਚੈਨਲ ਦੀ ਜਿਹੜੀ ਕੁਆਲਿਟੀ ਹੈ ਉਹ ਸਾਨੂੰ ਨਹੀਂ ਮਿਲਦੀ ਸੀ, ਸਾਨੂੰ ਕੀ ਮਿਲਦੀ ਸੀ, ਨੋਇਜ਼ ਮਿਲਦੀ। ਠੀਕ ਹੈ ਜੀ। ਤਾਂ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਅਸੀਂ ਕੋਈ ਵੀ ਜਾਣੀ ਕਿ ਜਿਹੜਾ ਡਿਜੀਟਲ ਆਪਾਂ ਕੋਈ ਰੇਡੀਓ ਯੂਜ਼ ਕਰਦੇ ਹਾਂ, ਜਾਂ ਘਰਾਂ ਦੇ ਵਿੱਚ ਆਪਣੇ ਕੋਲ ਡਿਸ਼ ਲੱਗੀ ਹੋਈ ਹੈ, ਜਾਂ ਫਾਸਟਵੇਅਰ ਲੱਗਿਆ ਹੋਇਆ ਹੈ, ਉਹਨਾਂ ਦੀ ਵਿੱਚ ਜਿਹੜੀ ਕੁਆਲਿਟੀ ਦੀ ਕਰਵ ਹੈ ਨਾ, ਆ ਬਹੁਤ ਜ਼ਿਆਦਾ ਸ਼ਾਰਪ ਹੈ। ਜਿੰਨੀ ਜ਼ਿਆਦਾ ਇਹ ਸ਼ਾਰਪ ਹੋਊਗੀ, ਜਿੰਨੀ ਜ਼ਿਆਦਾ ਇਹ ਸ਼ਾਰਪ ਹੋਊਗੀ, ਉਨਾ ਕਰੰਟ ਉਹਦਾ ਮੈਕਸਿਮਮ ਹੋਊਗਾ, ਤੇ ਰੈਜ਼ਿਸਟੈਂਸ ਉਹਦਾ ਘੱਟ ਹੋਊਗਾ, ਤੇ ਜਿੰਨਾ ਰੈਜ਼ਿਸਟੈਂਸ ਘੱਟ ਹੋਊਗਾ ਉਹਦੀ ਕੁਆਲਿਟੀ ਕੀ ਹੈ ਸਾਊਂਡ ਦੀ ਬੈਸਟ ਹੋਊਗੀ। ਇਹ ਸਾਰਾ ਫੰਡਾ ਹੈ। ਠੀਕ ਹੈ ਜੀ, ਕਲੀਅਰ? Yes, sir. ਆ ਦੇਖੋ ਮੈਂ ਇੱਥੇ ਚੀਜ਼ ਇਹ ਦਿਖਾ ਰਿਹਾ ਸੀਗਾ, ਦੇਖੋ ਆ ਜੇ ਹੁਣ ਕਰਵ ਸ਼ਾਰਪ ਹੈ ਹਨਾ, ਇਹਦੇ ਲਈ ਦੇਖੋ ਕਰੰਟ ਮੈਕਸਿਮਮ ਇੰਨਾ ਹੈ। ਆ ਕਿਸੇ ਚੈਨਲ ਦੀ ਦੂਸਰੇ ਦੀ ਫ੍ਰੀਕੁਐਂਸੀ ਹੈ, ਤਾਂ ਉਹਦੇ ਲਈ ਦੇਖੋ ਕਰੰਟ ਇੰਨਾ, ਤਾਂ ਦੇਖੋ ਕਿੰਨਾ ਜ਼ਿਆਦਾ ਡਿਫਰੈਂਸ ਹੈ, ਕਿੰਨਾ ਜ਼ਿਆਦਾ ਕਰੰਟ ਦਾ ਡਿਫਰੈਂਸ। ਇਹਦਾ ਮਤਲਬ ਇਹ ਚੈਨਲ ਕਦੇ ਵੀ ਆਪਸ ਵਿੱਚ ਮਿਕਸ ਅਪ ਨਹੀਂ ਹੋ ਸਕਦੇ। ਠੀਕ ਹੈ, ਕੁਆਲਿਟੀ ਉਨੀ ਹੀ ਜ਼ਿਆਦਾ ਬੈਸਟ ਅਸੀਂ ਉਦੋਂ ਕਹਾਂਗੇ ਜਦੋਂ ਕੋਈ ਚੈਨਲ ਸਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸੁਣਾਈ ਦੇਊਗਾ। ਉਹ ਕਦੋਂ ਸੁਣਾਈ ਦੇਊਗਾ? ਜਦੋਂ ਉਹਨਾਂ ਦੇ ਵਿਚਕਾਰ ਕਰੰਟ ਦਾ ਜਿਹੜਾ ਡਿਫਰੈਂਸ ਹੈ ਉਹ ਜ਼ਿਆਦਾ ਹੋਊਗਾ। ਤਾਂ ਉਹ ਜ਼ਿਆਦਾ ਕਦੋਂ ਹੋਊਗਾ? ਜਦੋਂ ਕਰਵ ਕੀ ਹੋਊਗੀ, ਸ਼ਾਰਪ ਹੋਊਗੀ। ਤਾਂ ਜਿਹਦੇ ਅਸੀਂ ਡੈਰੀਵੇਸ਼ਨ ਦੀ ਗੱਲ ਕਰੀਏ ਤਾਂ ਦੇਖੋ ਕੁਆਲਿਟੀ ਫੈਕਟਰ ਹੈ ਜੋ ਉਹ ਕੀ ਹੈ, ਵੋਲਟੇਜ ਅਕ੍ਰੋਸ ਇੰਡਕਟਰ ਅਪੋਨ ਵੋਲਟੇਜ ਅਕ੍ਰੋਸ ਰੈਜ਼ਿਸਟੈਂਸ। ਜਾਂ ਤਾਂ ਅਸੀਂ ਐਵੇਂ ਕਰ ਸਕਦੇ ਹਾਂ, ਜਾਂ ਕੁਆਲਿਟੀ ਫੈਕਟਰ ਤੁਸੀਂ ਕਹਿ ਸਕਦੇ ਹੋ ਵੋਲਟੇਜ ਅਕ੍ਰੋਸ ਕੈਪੈਸਿਟਰ ਅਪੋਨ ਵੋਲਟੇਜ ਅਕ੍ਰੋਸ ਰੈਜ਼ਿਸਟੈਂਸ। ਤੇ ਵੋਲਟੇਜ ਅਕ੍ਰੋਸ ਇੰਡਕਟਰ ਦੇਖੋ ਕੀ ਹੁੰਦੀ ਹੈ, ਇਹਦੇ ਵਿੱਚੋਂ ਕਰੰਟ ਜਾਊਗਾ RMS ਮਤਲਬ ਵਰਚੁਅਲ ਕਰੰਟ, ਤੇ ਰੈਜ਼ਿਸਟੈਂਸ ਹੁੰਦਾ XL, ohms law ਲਗਾਤਾ। ਤਾਂ ਇਹਦੇ ਵਿੱਚ ਵੀ ਵਰਚੁਅਲ ਕਰੰਟ ਤੇ ਰੈਜ਼ਿਸਟੈਂਸ ਕੀ ਹੁੰਦਾ R। ਤਾਂ ਵਰਚੁਅਲ ਨਾਲ ਵਰਚੁਅਲ ਕਰੰਟ ਕੀ ਕਰਤਾ, ਕੈਂਸਲ ਆਊਟ। ਤਾਂ ਇਹ ਕੀ ਬਣ ਗਿਆ ਜੀ, XL ਅਪੋਨ ਕੀ ਹੋ ਗਿਆ R। XL ਕੀ ਹੁੰਦਾ ਬੱਚੇ, ਓਮੇਗਾ L ਅਪੋਨ ਕੀ ਹੋ ਗਿਆ R। ਅੱਛਾ ਓਮੇਗਾ ਕਿਹੜੀ, ਇਹਦੇ ਵਿੱਚ ਕਿਹੜੀ ਕੰਡੀਸ਼ਨ ਹੁੰਦੀ ਹੈ, ਰੈਜ਼ੋਨੈਂਸ ਦੀ। ਵੀ ਰੈਜ਼ੋਨੈਂਸ ਹੋਣਾ ਤਾਂ ਜ਼ਰੂਰੀ ਹੈ ਨਾ, ਐਟ ਅ ਪਾਰਟਿਕੂਲਰ ਫ੍ਰੀਕੁਐਂਸੀ ਆਪਾਂ ਬੋਲਦੇ ਆ ਰੈਜ਼ੋਨੈਂਸ ਫ੍ਰੀਕੁਐਂਸੀ। ਤੇ ਰੈਜ਼ੋਨੈਂਸ ਫ੍ਰੀਕੁਐਂਸੀ ਕੰਡੀਸ਼ਨ ਕੀ ਹੁੰਦੀ ਹੈ, XL ਇਜ਼ ਇਕੁਅਲ ਟੂ ਕੀ ਹੁੰਦਾ XC। ਠੀਕ ਹੈ ਜੀ। ਤਾਂ ਇਹਨੂੰ ਓਮੇਗਾ R ਮੈਂ ਰੈਜ਼ੋਨੈਂਸ ਲਿਖ ਲੈਣਾ, ਤੇ ਤਾਂ Q ਇਜ਼ ਇਕੁਅਲ ਟੂ ਇਹ ਹੋ ਗਿਆ ਜੀ L ਅਪੋਨ R। ਅੱਛਾ ਓਮੇਗਾ ਰੈਜ਼ੋਨੈਂਸ ਮੈਂ ਕੰਮ ਕਰੇਗਾ, ਤਾਂ ਜਿਹੜੀ ਰੈਜ਼ੋਨੈਂਸ ਫ੍ਰੀਕੁਐਂਸੀ ਹੈ ਉਹਦਾ ਆਪਾਂ ਪੜਿਆ ਸੀ ਇਹ ਹੁੰਦਾ 1/√LC। ਇੱਥੇ ਰੀਜ਼ਨ ਦੇ ਦੋ, ਬਿਕੋਜ਼ ਰੈਜ਼ੋਨੈਂਸ ਫ੍ਰੀਕੁਐਂਸੀ ਇਜ਼ ਇਕੁਅਲ ਟੂ 1/√LC। ਠੀਕ ਹੈ ਜੀ। ਤਾਂ ਦੇਖੋ ਜਿਹੜਾ ਹਾ L ਹੈ ਇਹਨੂੰ ਮੈਂ ਇੱਦਾਂ ਲਿਖ ਸਕਦਾ √L into √L upon R into 1 upon √L into √C। तो ਇੱਕ रूट ਨਾਲ ਇੱਕ रूट ਕੀ ਹੋ ਗਿਆ, ਕੈਂਸਲ। ਇਹਦਾ ਮਤਲਬ ਬੱਚੇ ਕੀ ਬਣ ਗਿਆ, ਇਹ 1/R √L/C। This is the formula to calculate quality factor, this one।
अगर ਤੁਹਾਨੂੰ ਇੰਡਕਟਰ ਦੀ ਵੈਲਿਊ ਪਤਾ ਹੈ, ਕਪੈਸਿਟਰ ਦੀ ਵੈਲਿਊ ਪਤਾ ਹੈ ਤੇ ਰੈਜ਼ਿਸਟੈਂਸ ਦੀ ਵੈਲਿਊ ਪਤਾ ਹੈ ਤਾਂ ਤੁਹਾਨੂੰ ਉਸ ਸਰਕਟ ਦਾ ਕੁਆਲਿਟੀ ਫੈਕਟਰ ਪਤਾ ਹੋਏਗਾ ਜਾਂ ਤੁਸੀਂ ਆਪਣੇ ਅਕੋਰਡਿੰਗ ਉਸ ਸਰਕਟ ਦੀ ਕੁਆਲਿਟੀ ਸੈੱਟ ਕਰ ਸਕਦੇ ਹੋ ਇਹਨਾਂ ਵੈਲਿਊਜ਼ ਨੂੰ ਆਪਣੇ ਅਕੋਰਡਿੰਗ ਸੈੱਟ ਕਰਕੇ। ਸਿਮਿਲਰਲੀ ਕਿ ਦੂਸਰੇ ਸਾਈਡ देखो जे मैं इस इक्वेशन ਨੂੰ सॉल्व करा तो मैं की लिखूंगा I वर्चुअल resistance of capacitor upon I virtual resistance R cancel the quality is equal to देखो XC ਨੂੰ ਕੀ ਲਿਖੂंगा मैं 1 by omega resonance into C upon ਕੀ ਹੋ ਗਿਆ R, ठीक है जी। तो quality is equal to a 1 upon omega R C into की हो गया R हो गया। अच्छा ओमेगा आर दी फिर वैल्यू पुट कर दो की होती है रूट ऑफ एल सी, मतलब ऊपर आ जाऊगा रूट ऑफ एल सी अपॉन की होगा सी नु लिख लो रूट सी इनटू आर। देखो फिर एक रूट ना रूट की हो जाएगा कैंसल, फिर भी फॉर्मूला की बनूंगा 1 बाय आर एल अपॉन लो जी। आ देखो मैं तुहानू दस्सिया सीगा कि जिन्नी ज्यादा कर्व ज्यादा शार्प होगी, जिन्नी कर्व ज्यादा शार्प होगी उन्ना करंट की है ज्यादा होगा ते जिन्ना करंट ज्यादा होगा उन्ना रेजिस्टेंस बच्चे की होगा घट होगा ते जिन्ना रेजिस्टेंस घट होगा उन्नी की है क्वालिटी ज्यादा होगी। तो ध्यान नाल इन्हां दोनों फॉर्मूले नूं चेक करो, जिहड़ा क्वालिटी फैक्टर है इट इज इनवर्सली प्रोपोर्शनल टू रेजिस्टेंस, इट इज इनवर्सली प्रोपोर्शनल टू रेजिस्टेंस। आ देखो ਇਹਦਾ मतलब ਜਿਹੜੀ मैं कर्व ਦੇ ਵਿੱਚ ਤੁਹਾਨੂੰ स्टार्टिंग ਦੇ ਵਿੱਚ जो कंक्लूजन दस्सिया वो बिल्कुल की है राइट है। कर्व की शार्पनेस बढ़ूगी ਇਹਦਾ मतलब करंट बढ़ूगा, जे करंट बढ़ूगा रेजिस्टेंस घटूगा, जे रेजिस्टेंस घटूगा तो क्वालिटी की होगी इंक्रीज। देखो जी एनी डाउट, किसी भी स्टूडेंट को कोई भी डाउट हो तो पूछ सकता है जी। अपनी बुक ਦੇ ਵਿੱਚ देखियो ਤੁਹਾਡੇ ਕੋਲੇ ਕੀ ਹੈ ਇਸ ਤਰ੍ਹਾਂ ਦੇ ਜਿਹੜਾ ਗ੍ਰਾਫ ਹੈ ਉਹ ਤੁਹਾਨੂੰ ਕੀ ਮੈਂਸ਼ਨ ਕੀਤਾ ਹੋਇਆ ਹੈ, ਕਨਸੈਪਚੁਅਲ ਕੁਐਸਚਨ ਹੈਗਾ। ਇਵਨ ਕਿ आई थिंक वो एनसीईआरटी ही ਦੀ बुक ਦਾ ਹੀ ਕਨਸੈਪਚੁਅਲ ਕੁਐਸਚਨ ਹੈ ਜਿਹੜਾ पेपर ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ। Is it clear to all? Yes, sir. Okay, मनप्रीत कह रही है यस, बाकी दे स्टूडेंट्स क्लियर है बच्चे? Yes, sir. Yes, sir. ओके बोलिया करो बच्चे फिर क्लियर हो जाता है। ओके लास्ट टॉपिक ऑफ दिस चैप्टर that is AC generator। AC generator ये लास्ट टॉपिक तो सच क्यों यार, एक LC ऑसिलेटर भी पिया ना वो रह गया। चलो पहला ऑसिलेटर ही करवा दिता, वो तो वैसे मतलब पेपर ਦੇ ਵਿੱਚ ਤਾਂ ਨਹੀਂ ਆਉਂਦਾ ਜੀ LC ऑसिलेटर, वो वैसे समझाਉਣ वास्ते है, कोई गल नहीं मैं समझा दूंगा। AC जनरेटर हाँ जी की ਹੁੰਦਾ AC जनरेटर दसोगे? बोलो भी AC जनरेटर की ਹੁੰਦਾ है? alternating current हाँ जी कोई और स्टूडेंट? AC जनरेटर Sir, device that convert electrical energy into mechanical energy. ओए 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 इलेक्ट्रिकल टू Mechanical मैकेनिकल, energy. मैकेनिकल टू इलेक्ट्रिकल एनर्जी। हाँ जी बिल्कुल घरां च अपने हुंदा है इट इज अ डिवाइस, कई घरां च हुंदा हर एक च नहीं कह सकते। इट इज अ डिवाइस व्हिच कन्वर्ट मैकेनिकल एनर्जी टू इलेक्ट्रिकल एनर्जी। देखो ਇਹਦਾ मतलब पहली गल तो ਇਹਦਾ नाम ही गलत है। दिस इज अ नॉट अ जनरेटर, दिस इज अ कन्वर्टर, एक कन्वर्टर है। आदो आपा की लिखा है इट इज अ डिवाइस व्हिच कन्वर्ट, जनरेट थोड़ी करता है कन्वर्ट करता है। जे आप मैकेनिकल एनर्जी ਨੂੰ प्रोवाइड ना करिए ਤਾਂ ਇਹਨੇ इलेक्ट्रिकल एनर्जी कदे भी नहीं देनी। ਤਾਂ ਇਹਦਾ ਵੀ ਜਿਹੜਾ ਨਾਮ ਹੈ ਉਹ ਗਲਤ ਰੱਖਿਆ ਹੋਇਆ ਹੈ। ਬੇਸਿਕਲੀ ਇਹ AC ਕਨਵਰਟਰ ਹੋਣਾ ਚਾਹੀਦਾ ਸੀਗਾ, ਬਟ ਫਿਰ ਉਹੀ ਗੱਲ ਹੈ ਵੀ ਚਲੋ ਜੋ ਹੈ ਉਮੀ ਕਰਨਾ ਪਊਗਾ AC ਜਨਰੇਟਰ। ਤਾਂ ਬੱਚੇ ਐਕਚੁਅਲ ਚ ਦੇਖੋ AC ਜਨਰੇਟਰ ਦੇ ਵਿੱਚ ਅਸੀਂ ਕਰਦੇ ਕੀ ਹੈ,
ਅਸੀਂ ਡੀਜ਼ਲ ਲੈ ਕੇ ਆਉਣੇ ਹਨਾ, ਡੀਜ਼ਲ ਸਪੈਲਿੰਗ ਸਹੀ ਨਾ ਡੀਜ਼ਲ ਦੇ ਹੋਏ। ਅਸੀਂ ਕੀ ਹੈ ਜਨਰੇਟਰ ਦੇ ਵਿੱਚ ਡੀਜ਼ਲ ਪਾਉਣੇ ਆ, ਠੀਕ ਹੈ। ਡੀਜ਼ਲ ਦੇ ਵਿੱਚ ਜਦੋਂ ਨੂੰ ਅਸੀਂ ਡੀਜ਼ਲ ਪਾਉਣੇ ਆ, ਠੀਕ ਹੈ, ਡੀਜ਼ਲ ਪਾਉਣ ਤੋਂ ਬਾਅਦ ਅਸੀਂ ਉਹਨੂੰ ਮੋਸ਼ਨ ਦਿੰਦੇ ਆ, ਮਤਲਬ ਮਕੈਨੀਕਲ એનર્ਜੀ ਇੱਕ ਵਾਰੀ ਘੁਮਾਉਣਾ ਜਨਰੇਟਰ ਨੂੰ, हैंडल मार देना ਉਹਦਾ ਮਕੈਨੀਕਲ એનર્ਜੀ। ਅੱਛਾ ਮਕੈਨੀਕਲ એનર્ਜੀ ਤੋਂ ਫਿਰ ਉਹ ਕੀ ਬਣਾਉਂਦਾ ਹੈ, ਇਲੈਕਟ੍ਰੀਕਲ એનર્ਜੀ। ਡੀਜ਼ਲ ਕੀ ਹੈ, ਇੱਕ ਕੈਮੀਕਲ એનર્ਜੀ ਹੈ, ਇੱਕ ਕੀ ਹੈ ਕੈਮੀਕਲ એનર્ਜੀ। ਇਹਦਾ ਮਤਲਬ ਕੈਮੀਕਲ એનર્ਜੀ ਤੋਂ ਕੀ ਬਣੀ ਹੈ, ਇਲੈਕਟ੍ਰੀਕਲ એનર્ਜੀ ਬਣੀ ਹੈ। ਕੈਮੀਕਲ એનર્ਜੀ ਤੋਂ ਆਪਾਂ ਕਹਿ ਸਕਦੇ ਮਕੈਨੀਕਲ એનર્ਜੀ ਤਾਂ ਚਲੋ हाँ कह सकते भी एक बार स्टार्टिंग ਆਪਾਂ ਨੂੰ ਮਕੈਨੀਕਲ એનર્ਜੀ ਦੇਣੀ ਪੈਂਦੀ ਹੈ, ਅਦਰਵਾਈਜ਼ ਤਾਂ ਫਿਰ ਇਹ ਜਿਹੜਾ ਡੀਜ਼ਲ ਹੈ ਹੀ ਦਿੰਦਾ ਹੈ। ਡੀਜ਼ਲ ਤੋਂ ਮਕੈਨੀਕਲ એનર્ਜੀ ਬਣਦੀ ਹੈ, ਮਕੈਨੀਕਲ ਤੋਂ ਫਿਰ ਕੀ ਬਣਦੀ ਹੈ, ਇਲੈਕਟ੍ਰੀਕਲ એનર્ਜੀ। ਤਾਂ ਬੇਸਿਕਲੀ ਇਟ ਇਜ਼ ਅ ਕਨਵਰਟਰ ਨਾਟ ਅ ਜਨਰੇਟਰ, ਠੀਕ ਹੈ ਜੀ। ਤੇ ਚਲੋ ਡੈਫੀਨੇਸ਼ਨ ਆਪਾਂ ਨੂੰ ਲਿਖਣੀ ਪਊਗੀ, ਆਪਾਂ ਕਨਵਰਟ ਦੀ ਫਾਰਮ 'ਚ ਲਿਖਾਂਗੇ ਵੀ ਇਟ ਇਜ਼ ਇਹ ਉਹ ਡਿਵਾਈਸ ਹੈ ਜਿਹੜੀ ਮਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰ ਦਿੰਦੀ। ਫਿਰ ਆਉਂਦਾ ਇਹਦਾ ਪ੍ਰਿੰਸੀਪਲ, ਸਿਧਾਂਤ ਕੀ ਹੈ, किस सिद्धांत पे बेस्ड है, दस सकता कोई? सिद्धांत की है दा? जिन्हें टेस्ट की तैयारी शुरू की हुई है उन्होंने ये आना चाहिए। प्रिंसीपल ऑफ एसी जनरेटर देखो आप की कर जो घर एसी जनरेटर होंगे वो करते कि आप डीजल पाया, मकैनिकल एनर्जी दी, इलैक्ट्रिकल वो तो मिलती है आपको, मतलब इंड्यूस होंदी है। तो इंड्यूस बारे ਆਪਾਂ ਨੂੰ ਕਿਹਨੇ ਦੱਸਿਆ ਸੀਗਾ, ਫੈਰਾਡੇ ਨੇ। ਤਾਂ ਇਹਦਾ ਜਿਹੜਾ ਬੱਚੇ ਜਿਹੜਾ ਪ੍ਰਿੰਸੀਪਲ ਆ ਉਹ ਫੈਰਾਡੇ ਹੀ ਹੈ। ਕੀ ਕਹਿੰਦਾ ਸੀ ਉਹ, ਕਹਿੰਦਾ whenever there is a change, whenever there is a change in magnetic flux linked with a coil, an EMF or current induced in the coil, ਤਾਂ ਫੈਰਾਡੇ ਦਾ ਹੀ ਲਾਅ ਲਗਾਵਾਂਗੇ ਜੀ, ਠੀਕ ਹੈ। ਤੇ ਮੈਂ ਫਟਾਫਟ ਇਹਦੀ ਡਾਇਗਰਾਮ ਦੱਸ ਦਿੰਦਾ ਵੀ ਡਾਇਗਰਾਮ ਇਹਦੀ ਕਿਵੇਂ ਬਣਦੀ ਹੈ। देखो 10th क्लास ਦੇ ਵਿੱਚ ਵੀ ਇਹ ਆਉਣਾ ਹੁੰਦਾ ਸੀ, ਬਟ ਇਸ ਸਾਲ ਇਹ 10th ਕਲਾਸ ਦੇ ਵਿੱਚੋਂ ਰਿਮੂਵ ਕਰਤਾ। ਦੋ ਇਸ ਤਰੀਕੇ ਨਾਲ ਅਸੀਂ ਕੀ ਹੈ ਸਟਰੋਂਗ ਮੈਗਨੇਟਸ ਲਗਾਵਾਂਗੇ, ਇਹਨੂੰ ਹਾਰਸ ਸ਼ੂ ਮੈਗਨੇਟਸ ਬੋਲਦੇ ਨੇ। ਨਾਰਥ ਸਾਊਥ, ਇਹਦੇ ਇਨ ਬਿਟਵੀਨ ਇੱਕ ਆਰਮੇਚਰ ਕੋਇਲ ਹੁੰਦੀ ਹੈ, ठीक है जी। ते इस आर्मेचर कोयल दी एक्सिस ये होंदी है एक्सिस ऑफ रोटेशन, मतलब इन्हें एवें घूमना, एक्सिस ऑफ रोटेशन। देखो मैं कंप्लीट डायग्राम नहीं बना रहा क्योंकि टाइम घट है, फिर डायग्राम दोबारा बनानी पऊगी, मैं तुहानू एक बार समझा देना। तो देखो एक्चुअल च होगा कि जो नॉर्थ साउथ असीं मैगनेट्स लगा दियां तां मैगनेटिक फील्ड लाइन इदां जाणगे इस तरीके नाल। रास्ते विच की पई है, एक रास्ते च हैगी है कॉपर कोयल, जिन्हों आर्मेचर कोयल बोलते हैं ना आपां, ये कॉपर दी कोयल हुंदी है, इहदे उपर वायर्स लपेटे हुंदे ने कॉपर दियां। इस कॉपर दी वायर नूं असीं इन द प्रेजेंस ऑफ मैग्नेटिक फील्ड, जिवें मान लो इधर तुहाडा नॉर्थ है इधर साउथ है, आ जिहड़ी कॉपर दी मान लो इदां कोयल पई है जिन्हों आर्मेचर कोयल, इहनूं असीं घुमावांगे। तां जदों बच्चे इहनूं घुमावांगे तां इहदी फ्लक्स की होगी, चेंज होगी, इहदी मैग्नेटिक फ्लक्स चेंज होगी। तो मैग्नेटिक फ्लक्स चेंज होने नाल आपां नूं की पता है इस कोयल दे विच की पैदा होगी, EMF इस तरीके नाल पैदा होगी कि जिहड़ा चेंज नूं ओह की करे, अपोज करे। बस इन्ना ही काम है जी, वो चेंज नूं अपोज करने वास्ते EMF मिलती है, तो EMF जां करंट असीं घर दे विच यूज करदे।
ਤਾਂ ਹੀ ਚੱਲਦਾ ਜਨਰੇਟਰ, ਤਾਂ ਹੀ ਆਪਣੇ ਘਰੇ ਲਾਈਟ ਆ ਜਾਂਦੀ ਹੈ। ਜਦੋਂ ਲਾਈਟ ਵਗ ਜਾਂਦੀ ਹੈ ਅਸੀਂ ਜਨਰੇਟਰ ਸਟਾਰਟ ਕਰਦੇ ਹਾਂ ਤਾਂ ਸਾਡੇ ਘਰੇ ਕੀ ਹੈ, ਲਾਈਟ ਆ ਜਾਂਦੀ। ਕਿਉਂ ਆ ਜਾਂਦੀ ਹੈ? ਕਿਉਂਕਿ ਅਸੀਂ ਜਨਰੇਟਰ ਨੂੰ ਘੁਮਾਉਣੇ ਆ। ਜਨਰੇਟਰ ਦਾ ਜਦੋਂ ਹੈਂਡਲ ਅਸੀਂ ਘੁਮਾਉਣੇ ਆ ਤਾਂ ਉਹਦੇ 'ਚ ਇੱਕ ਆਰਮੇਚਰ ਕੋਇਲ ਘੁੰਮਦੀ ਹੈ। ਆਰਮੇਚਰ ਕੋਇਲ ਜਦੋਂ ਘੁੰਮਦੀ ਹੈ ਤਾਂ ਉਹਦੇ ਵਿੱਚ ਦੋ ਵੱਡੀਆਂ ਵੱਡੀਆਂ ਮੈਗਨੇਟਸ ਹੁੰਦੀਆਂ, ਸਟਰੋਂਗ ਮੈਗਨੇਟਸ ਹੁੰਦੀਆਂ ਨੇ, ਜਿਹਦੇ ਕੀ ਹੈ, ਮੈਗਨੈਟਿਕ ਫੀਲਡ ਹੁੰਦਾ ਹੈ। ਤੇ ਉਹ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਕੀ ਹੈ, ਕਾਪਰ ਦੀ ਜਿਹੜੀ ਕੋਇਲ, ਆਰਮੇਚਰ ਕੋਇਲ ਘੁੰਮਦੀ ਹੈ ਤਾਂ ਉਹਦੀ ਫਲਕਸ ਚੇਂਜ ਹੁੰਦੀ ਹੈ। ਤੇ ਆਪਾਂ ਨੂੰ ਫਲਕਸ ਦਾ ਚੇਂਜ ਦਾ ਆਪਾਂ ਪੂਰਾ ਚੈਪਟਰ ਪੜ੍ਹਿਆ ਹੈ ਜੀ, ਕਿ ਉਸ ਫਲਕਸ ਦੇ ਚੇਂਜ ਨੂੰ ਜਿਹੜੀ ਕੀ ਹੈ, ਜਿਹੜੀ ਕੋਇਲ ਹੈ ਉਹ ਅਪੋਜ਼ ਕਰੂਗੀ ਬਾਈ ਇੰਡਿਊਸਿੰਗ ਐਨ EMF ਇਨ ਆਪੋਜ਼ਿਟ ਡਾਇਰੈਕਸ਼ਨ। ਠੀਕ ਹੈ ਜੀ। ਉਸ EMF ਦਾ ਕੀ ਫਾਰਮੂਲਾ ਹੋਊਗਾ ਉਹ ਆਪਾਂ ਬਣਾਵਾਂਗੇ, ਤੇ ਉਸ EMF ਜਾਂ ਉਸ ਪੋਟੈਂਸ਼ੀਅਲ ਤੋਂ ਅਸੀਂ ਕਰੰਟ ਕਿਵੇਂ ਬਣਾ ਸਕਦੇ ਹਾਂ, ਅਸੀਂ ਉਹ ਬਣਾਉਣਾ। ਬਸ ਇੰਨਾ ਕੰਮ ਕਰਨਾ। ਠੀਕ ਹੈ। 6 ਮਿੰਟ ਪਏ ਨੇ, ਮੈਂ ਥੋੜਾ ਡਾਇਗਰਾਮ ਨੂੰ ਕੰਪਲੀਟ ਕਰ ਹੀ ਦਿੰਦਾ। ਤਾਂ ਇਹਦੇ ਵਿੱਚ ਜਿਹੜੀ ਆਰਮੇਚਰ ਕੋਇਲ ਹੈ, ਇਹਦਾ ਨਾਮ ਰੱਖ ਦਿਓ ABCD। ਠੀਕ ਹੈ ਜੀ। ਤੇ ਇੱਥੇ ਨਾ ਰਿੰਗਸ ਲੱਗੀਆਂ ਹੁੰਦੀਆਂ ਨੇ, ਏਦਾਂ ਇੱਕ ਰਿੰਗ ਲੱਗੀ ਹੋਊਗੀ, ਫਿਰ ਇਹਦੇ ਨੀਚੇ ਇਹ ਕੋਐਕਸੀਅਲ ਰਿੰਗਸ ਹੁੰਦੀਆਂ। ਅੱਛਾ, ਇਹਨਾਂ ਦਾ ਸੈਂਟਰ ਇੱਕ ਹੁੰਦਾ ਹੈ, ਕੋਐਕਸੀਅਲ ਰਿੰਗ। ਜਿਹੜਾ ਆਹ ਵਾਲਾ ਪੋਰਸ਼ਨ ਹੈ ਇਹ ਕੀ ਹੈ, ਇਸ ਰਿੰਗ ਦੇ ਨਾਲ ਅਟੈਚ ਹੈ। ਤੇ ਜਿਹੜਾ ਦੂਸਰੇ ਵਾਲਾ ਪੋਰਸ਼ਨ ਹੈ ਜੀ, ਇਹਨੂੰ ਇਹਦੇ ਵਿੱਚੋਂ ਪਾਸ ਕਰਾ ਕੇ ਨਾ, ਡਾਟਡ ਦਾ ਮਤਲਬ ਵਿੱਚੋਂ ਪਾਸ ਕਰ ਰਹੀ ਹੈ, ਇਹਦੇ ਨਾਲ ਅਟੈਚ ਹੁੰਦਾ ਹੈ। ਆ ਸਪੋਜ਼ ਰਿੰਗ ਹੈਗੀ R1, ਇਹ ਹੈਗੀ ਰਿੰਗ R2। ਠੀਕ ਹੈ। ਮੈਂ ਤੁਹਾਨੂੰ ਇਹਦੀ ਵੀਡੀਓ ਵੀ ਸ਼ੇਅਰ ਕਰੂੰਗਾ ਇੱਕ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੇ ਇਸ ਰਿੰਗ ਤੋਂ ਬਾਅਦ ਇਹਦੇ ਨਾਲ ਇੱਕ ਬ੍ਰਸ਼ ਅਟੈਚ ਹੁੰਦਾ ਹੈ, ਇਹਦੇ ਨਾਲ ਵੀ ਇੱਕ ਬ੍ਰਸ਼ ਅਟੈਚ ਹੁੰਦਾ ਇੱਥੇ। ਇਹ ਬ੍ਰਸ਼ਿਸ ਕੀ ਹੈ, ਜਿਹੜੇ ਹੁੰਦੇ ਨੇ ਇਹ ਕਾਰਬਨ ਬ੍ਰਸ਼ਿਸ ਹੁੰਦੇ ਨੇ, ਕਾਰਬਨ ਦੇ ਬ੍ਰਸ਼ਿਸ ਹੁੰਦੇ ਨੇ। ਇਹ ਹੈਗਾ ਬ੍ਰਸ਼ B1, ਇਹ ਹੈਗਾ ਬ੍ਰਸ਼ B2। ਕਾਹਦੇ ਹੁੰਦੇ ਨੇ ਇਹ? ਕਾਰਬਨ ਦੇ। ਤੇ ਇਹਨਾਂ ਦੇ ਨਾਲ ਕੀ ਅਸੀਂ ਇੱਥੋਂ ਕੀ ਹੈ, ਵਾਇਰਸ ਲਗਾ ਦੇਣੇ ਬਸ। ਜਿਹੜੀਆਂ ਦੋ ਵਾਇਰਸ ਹੁੰਦੀਆਂ ਨੇ ਇਹ ਸਾਡੇ ਘਰ ਦੀ ਸਪਲਾਈ ਨੂੰ ਜਾਂਦੀਆਂ ਨੇ, ਮਤਲਬ ਅਸੀਂ ਇੱਥੇ ਘਰ ਦਾ ਲੋਡ ਦਿਖਾ ਦਿੰਦੇ ਹਾਂ, ਲੋਡ ਰੈਜ਼ਿਸਟੈਂਸ ਜਿਹਨੂੰ ਅਸੀਂ ਬੋਲਦੇ, ਲੋਡ ਰੈਜ਼ਿਸਟੈਂਸ। ਵੱਧ ਤੋਂ ਵੱਧ ਜੇ ਤੁਸੀਂ ਇੱਥੇ ਚੈੱਕ ਕਰਨਾ, ਇੱਕ ਗਲਵੈਨੋਮੀਟਰ ਲਗਾ ਸਕਦੇ ਹੋ। ਗਲਵੈਨੋਮੀਟਰ ਇਹ ਤੁਹਾਨੂੰ ਡਾਇਰੈਕਸ਼ਨ ਆਫ ਕਰੰਟ ਦੱਸ ਦੂਗਾ ਵੀ ਇੱਕ ਵਾਰੀ ਕੀ ਇਸ ਡਾਇਰੈਕਸ਼ਨ ਜਾਊਗਾ ਕਰੰਟ, ਇੱਕ ਵਾਰੀ ਆਪੋਜ਼ਿਟ ਜਾਊਗਾ, ਜਿੱਥੋਂ ਸਾਨੂੰ ਪਤਾ ਲੱਗ ਜਾਊਗਾ ਵੀ AC ਕਰੰਟ ਹੈ। ਮੈਂ ਤੁਹਾਨੂੰ ਦੱਸਦਾ ਕਿਵੇਂ। ਆ ਦੇਖੋ, ਤਾਂ ਜਦੋਂ ਦੇਖੋ ਕੋਇਲ ਘੁੰਮੂਗੀ, ਠੀਕ ਹੈ, ਤਾਂ ਇੱਥੇ EMF ਇੰਡਿਊਸ ਹੋਊਗੀ। EMF ਇੰਡਿਊਸ ਵਾਸਤੇ ਅਸੀਂ ਕੀ ਕਿਹੜਾ ਰੂਲ ਯੂਜ਼ ਕਰਦੇ ਆ? ਲੈਫਟ ਹੈਂਡ ਫਲੈਮਿੰਗ ਰੂਲ, ਸੌਰੀ ਰਾਈਟ ਹੈਂਡ ਇੰਡਿਊਸਡ ਹੈ ਨਾ, ਰਾਈਟ ਹੈਂਡ। ਤੇ ਇਹਦੇ ਵਿੱਚ ਕੀ ਆ, ਅਸੀਂ ਮੈਗਨੈਟਿਕ ਫੀਲਡ ਆ ਦੇਖੋ ਨਾਰਥ ਟੂ ਸਾਊਥ ਇਸ ਡਾਇਰੈਕਸ਼ਨ ਦੇ ਵਿੱਚ। ਠੀਕ ਹੈ। ਹੁਣ ਜਿਹੜੀ ਕੋਇਲ ਆ, ਕੋਇਲ ਦੇਖੋ ਏਦਾਂ ਘੁੰਮ ਰਹੀ ਹੈ, ਮਤਲਬ ਜਿਹੜਾ AD ਪੋਰਸ਼ਨ ਆ ਉਹ ਤੇ ਇਨਵਰਡ ਫੋਰਸ ਲੱਗੂਗੀ। ਇਨਵਰਡ ਫੋਰਸ ਮਤਲਬ ਇਸ ਤਰੀਕੇ ਨਾਲ, ਇਹਦਾ ਮਤਲਬ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਕੀ ਹੋਊਗੀ? ਡਾਊਨ। ਇਹਦਾ ਮਤਲਬ ਜਿਹੜੀ ਇਸ AD ਹੈ ਨਾ, ਇਹ ਤੇ ਫੋਰਸ ਲੱਗ ਰਹੀ ਹੈ ਇਨ ਵਾਲੀ ਸਾਈਡ। ਠੀਕ ਹੈ। ਤੇ ਇਸ BC ਦੇ ਫੋਰਸ ਲੱਗੂਗੀ ਆਊਟਵਰਡ ਵਾਲੀ ਸਾਈਡ। ਤਾਂ ਜਿਹਦੇ ਕਰਕੇ ਤੁਸੀਂ ਕੀ ਰੂਲ ਲਗਾ ਕੇ ਦੇਖੋ, ਮੈਗਨੈਟਿਕ ਫੀਲਡ ਇਸ ਸਾਈਡ, ਫੋਰਸ ਲੱਗ ਰਹੀ ਹੈ ਅੰਦਰ ਵੱਲ, ਕਰੰਟ ਪੈਦਾ ਹੋਊਗਾ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ। ਤਾਂ ਬੱਚੇ ਇਸ ਸਰਕਟ ਦੇ ਵਿੱਚ ਨਾ ਕਰੰਟ ਇਸ ਤਰੀਕੇ ਨਾਲ ਚੱਲੂਗਾ, ਏਦਾਂ ਕਰੰਟ ਚੱਲੂਗਾ। ਆ ਰਿੰਗ 1 ਦੇ ਵਿੱਚ ਪਹੁੰਚੂਗਾ, ਤਾਂ ਰਿੰਗ 1 ਤੋਂ ਕੀ ਹੈ, ਬ੍ਰਸ਼ B1 ਤੇ ਪਹੁੰਚੂਗਾ। ਇਸ ਸਰਕਟ ਦੇ ਵਿੱਚ ਕਰੰਟ ਐਵੇਂ ਜਾਊਗਾ। ਇਹਦਾ ਸਕਰੀਨਸ਼ਾਟ ਕਲਿੱਕ ਕਰ ਲਓ। ਠੀਕ ਹੈ। ਕਿਉਂਕਿ ਫਿਰ ਮੈਂ ਦੂਸਰੀ ਇੱਕ ਡਾਇਗਰਾਮ ਹੋਰ ਬਣਾਉਂਗਾ ਜਿਹਦੇ ਵਿੱਚ ਤੁਹਾਨੂੰ ਡਾਇਰੈਕਸ਼ਨ ਮੈਂ ਆਪੋਜ਼ਿਟ ਦਿਖਾਊਂਗਾ ਇਸ ਤਰੀਕੇ ਨਾਲ। ਫਿਰ ਇਹ ਬ੍ਰਸ਼ B2 ਦੇ ਵਿੱਚ ਐਂਟਰ ਹੋਊਗਾ, ਫਿਰ ਬ੍ਰਸ਼ B2 ਤੋਂ ਬਾਅਦ ਰਿੰਗ R2 ਦੇ ਵਿੱਚ ਐਂਟਰ ਹੋ ਕੇ ਲਾਈਕ ਦਿਸ, ਇਸ ਤਰੀਕੇ ਨਾਲ ਇਹ ਕਰੰਟ ਚੱਲੂਗਾ। ਇਸ ਤਰੀਕੇ ਨਾਲ ਕਰੰਟ ਫਲੋ ਕਰਦਾ ਹੈ। ਲੋਡ ਰੈਜ਼ਿਸਟੈਂਸ ਮੈਂ ਤੁਹਾਨੂੰ ਦੱਸਿਆ ਵੀ ਕੀ ਹੁੰਦਾ ਹੈ, ਜਿਹੜੇ ਆਪਣੇ ਘਰ ਦੀ ਸਪਲਾਈ ਹੁੰਦੀ ਹੈ, ਜਿਹਦੇ ਆਪਾਂ ਘਰ ਦਾ ਜਿੰਨਾ ਵੀ ਆਪਾਂ ਸਮਾਨ ਇਹਦੇ ਤੇ ਚਲਾਉਣਾ, ਜਿੰਨੇ ਵੀ ਇੰਸਟਰੂਮੈਂਟ ਅਸੀਂ ਚਲਾਉਣੇ ਨੇ, ਗੈਜਟਸ ਚਲਾਉਣੇ ਨੇ, ਉਹ ਲੋਡ ਰੈਜ਼ਿਸਟੈਂਸ ਹੁੰਦੇ। ਠੀਕ ਹੈ ਜੀ। ਤਾਂ ਇਹਦੀ ਇੱਕ ਤੁਸੀਂ ਕੀ ਸਕਰੀਨਸ਼ਾਟ ਕਲਿੱਕ ਕਰ ਲਓ, ਤਾਂ ਕਿ ਅਸੀਂ ਜਦੋਂ ਇਹਦੀ ਸੈਕੰਡ ਡਾਇਗਰਾਮ ਬਣਾਈਏ ਤਾਂ ਸਾਨੂੰ ਕੋਈ ਕਨਫਿਊਜ਼ਨ ਨਾ ਹੋਵੇ। ਠੀਕ ਹੈ। ਧਿਆਨ ਰੱਖਿਓ, ਦੇਖੋ ਇਹ ਜਿਹੜੀ ਕੋਇਲ ਅਸੀਂ ਰੱਖੀ ਹੋਈ ਹੈ ਇਦਾਂ ਰੱਖੀ ਹੈ, ਇਹਦਾ ਨਾਮ ਰੱਖਿਆ ਸੀ ADBC। ਹੁਣ ਦੇਖੋ ਕਰੰਟ ਕੈਰਿੰਗ ਕੋਇਲ ਹੈ ਨਾ, ਮਤਲਬ ਜਾਨੀ ਕਿ ਮੈਗਨੈਟਿਕ ਫੀਲਡ ਵਿੱਚ ਇਹਦੇ ਫੋਰਸ ਲੱਗਦੀ ਤੇ ਕੋਇਲ ਐਵੇਂ ਘੁੰਮੂਗੀ। ਹੁਣ ਘੁੰਮਣ ਤੋਂ ਬਾਅਦ ਇਹ ਇੱਕ ਹਾਫ ਰੋਟੇਸ਼ਨ ਕੰਪਲੀਟ ਕਰਕੇ ਇੱਥੇ ਆ ਜਾਊਗੀ। ਮਤਲਬ ਜਿਹੜਾ ਬੱਚੇ ਇਹਦਾ AD ਆਹ ਵਾਲਾ ਪੋਰਸ਼ਨ ਹੈ AD, ਇਹ ਹਾਫ ਰੋਟੇਸ਼ਨ ਕੰਪਲੀਟ ਕਰਨ ਤੋਂ ਬਾਅਦ ਕਿੱਧਰ ਆ ਜਾਊਗਾ? ਇਸ ਸਾਈਡ ਆ ਜਾਊਗਾ AD। ਇਹਦਾ BC ਕਿੱਧਰ ਆ ਜਾਊਗਾ? ਇਸ ਸਾਈਡ ਆ ਜਾਊਗਾ। ਠੀਕ ਹੈ। ਇਹ ਚੀਜ਼ ਧਿਆਨ ਨਾਲ ਸੁਣਿਓ। ਆ ਦੇਖੋ ਪਹਿਲਾਂ ਇੱਥੇ ਵੀ ਹੈ ਨਾ, ਆ ਤੁਹਾਨੂੰ ਇਹਦਾ AD ਪੋਰਸ਼ਨ ਦਿਖ ਰਿਹਾ, ਆ ਇਹਦਾ
C है ਤਾਂ ਜਦੋਂ ਇਹ ਘੁੰਮੂਗੀ ਕੋਇਲ ਤਾਂ ਜਿਹੜਾ ਇਹਦਾ AD ਵਾਲਾ ਪੋਰਸ਼ਨ ਹੈ ਉਹ ਇਸ ਤਰੀਕੇ ਨਾਲ ਹਾਫ ਰੋਟੇਸ਼ਨ ਕੰਪਲੀਟ ਕਰਨ ਤੋਂ ਬਾਅਦ ਕਿੱਧਰ ਆ ਜਾਊਗਾ ਇਸ ਸਾਈਡ ਆ ਜਾਊਗਾ ਠੀਕ ਹੈ ਉਹੀ ਅਸੀਂ ਦਿਖਾਉਣਾ ਹੁਣ ਤੇ BC ਕੀ ਆ ਜਾਊਗਾ ਇਸ ਸਾਈਡ ਆ ਠੀਕ ਹੈ ਬਾਅਦ ਦੁਬਾਰਾ ਡਾਇਗਰਾਮ ਬਣਾਉਂਗਾ ਤੇ ਫਿਰ ਤੁਹਾਨੂੰ ਦਿਖਾਉਣਾ ਉਹਦੇ ਨਾਲ ਕੀ ਹੈ ਕਰੰਟ ਦੀ ਡਾਇਰੈਕਸ਼ਨ ਕਿਵੇਂ ਚੇਂਜ ਹੋਊਗੀ ਅੱਛਾ ਇੱਕ ਚੀਜ਼ ਧਿਆਨ ਰੱਖਣੀ ਹੈ ਜਿਹੜੇ ਬੱਚੇ ਗਲਤੀ ਕਰਦੇ ਆ ਰਿੰਗਸ ਨਹੀਂ ਚੇਂਜ ਹੁੰਦੀ ਅੱਛਾ ਨਾ ਤਾਂ ਪੋਜੀਸ਼ਨ ਰਿੰਗ ਦੀ ਚੇਂਜ ਹੋਵੇ ਇਹ ਵੀ ਸੇਮ ਰਹਿਣਗੀਆਂ ਬ੍ਰਸ਼ਸ ਵੀ ਸੇਮ ਰਹਿਣਗੇ ਇਹ ਫਿਕਸ ਨੇ ਠੀਕ ਹੈ ਮਤਲਬ ਮੈਂ ਲਿਖਦਾ ਨਾ ਬ੍ਰਸ਼ ਤੇ ਜਿਹੜੀ ਰਿੰਗ ਹੈ ਇਹ ਫਿਕਸ ਨੇ ਮਤਲਬ ਰਿੰਗ ਆਪਣੀ ਐਕਸਿਸ ਤੇ ਰੋਟੇਟ ਤਾਂ ਕਰ ਸਕਦੀ ਹੈ ਪਰ ਇਹ ਨਹੀਂ ਹੈਗਾ ਵੀ R1 ਵਾਲੀ ਪਹਿਲਾਂ R1 ਉੱਪਰ ਹੈ ਫਿਰ R2 ਕੀ ਹੈ R1 ਨੀਚੇ ਆ ਜਾਊਗੀ ਜਾਂ R2 ਉੱਪਰ ਆ ਜਾਊਗਾ ਨਹੀਂ ਐਵੇਂ ਦਾ ਕੁਝ ਨਹੀਂ ਹੈਗਾ ਠੀਕ ਹੈ ਆਪਣੀ ਹੀ ਐਕਸਿਸ ਤੇ ਇਹ ਰੋਟੇਟ ਕਰ ਸਕਦੀ ਹੈ ਬਸ ਇਸ ਤਰੀਕੇ ਨਾਲ ਤਾਂ ਮੈਂ ਤੁਹਾਨੂੰ ਦੁਬਾਰਾ ਲਿੰਕ ਭੇਜ ਦਾਂਗਾ ਫਿਰ ਆਪਾਂ ਦੇਖਦੇ